ਜਾਣੈ ਤਿਸ ਅੰਤਰ ਰਵੈ ਹਰਿ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਪਹਿਲਾ। ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗਾਹ ਪਤ ਪਾਈਐ ਜਾਂ ਹਰਿ ਨ ਵਸੈ ਮਨ ਮਾਹੇ ਗੁਰ ਮਿਲੈ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ। ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹਉ ਮੈਂ ਗਤ ਗਏ ਨਾਹੀ ਸਹਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨੇਹ ਨਾ ਕੀਜੈ ਜੋ ਦੀਸੈ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ
चारे अगन निवार मर गुरमुख हर जल पाए अंतर कमल पर गासिया अमृत परिया गाए नानक सतगुर मीत कर सच पावैं दरगह जाए चारे अगन निवार मार गुरमुख हर जल पाए अंतर कमल पर गासिया अमृत परिया गाए नानक सतगुर मीत कर सच पावैं दरगह जाए। वाहिगुरु जी का खालसा वाहिगुरु जी की फतेह। ये पावन शब्द जो श्री राग अंदर जगत गुरु गुरु नानक साहब महाराज जी दे पवित्र मुख तो उच्चारण होया, श्री गुरु ग्रंथ साहिब पातशाह महाराज जी दे 21-22 अंग ते सुशोभित है। इस शब्द के विचार डॉक्टर मनप्रीत सिंह जी रजौरी गार्डन आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वालों भाई साहब जी का धन्यवाद। अमृत संचार हर ऐतवार 11 बजे हुंदा है। सो केसी स्नान करके गुरु पातशाह जी दे दरबार विच पहुंचो जिन्हां ने अमृत की दात प्राप्त करनी है। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। अपने नावां दे नाल सिंह ते कौर शब्द लिखिया करो। गुरु का हुक्म है अपने बच्चों के नावां नाल भी ये शब्द लिखो। जातां पातां गोत्र इन्हां नूं सिख धर्म विच कोई थां नहीं है। घरां दे विच पंजाबी बोलिया करो। बच्चों नूं गुरमुखी पढ़ाओ ताकि साडे बच्चे गुरु ग्रंथ साहिब पातशाह महाराज जी दे चरनी लग सकन। अगले समय वास्ते गुरबाणी विचार सरवण करिए जी। वाहिगुरु जी का खालसा वाहिगुरु जी की फतेह। धन वाहिगुरु साहिब जी। मैं मूरख की केतक बात है,
ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਚਬਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ, ਬਰਦੋ ਆਲਮ ਸ਼ਾਹ, ਮੁਜਸਮੇ ਆਬੇ ਹਯਾਤ, ਸ਼ਬਦ ਗੁਰਪੀਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਅਸ਼ਟਮ ਬਲਬੀਰਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਧੰਤਾ ਦੇ ਯੋਗ ਹੋ ਸਤਿਗੁਰੂ ਜੀ ਆਪ ਜੀ ਦੀਆਂ ਯਾਤਰਾਵਾਂ ਸਫਲ ਕਰਨ, ਗੁਰੂ ਦਰ 'ਤੇ ਆਇਆ ਪ੍ਰਵਾਨ ਕਰਨ। ਪਰਸੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਕੁੱਲ ਸੰਸਾਰ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੇ ਮਨਾਇਆ। ਆਪ ਸਭ ਨੂੰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ। ਜੋ ਇਸ ਪਾਵਨ ਦਰਬਾਰ ਦੀ ਮਰਿਆਦਾ ਹੈ, ਆਪ ਜੀ ਨੇ ਲੜੀਵਾਰ ਕਥਾ ਆਰੰਭ ਹੋਣ ਤੋਂ ਪਹਿਲਾਂ ਇਸ ਪਾਵਨ ਦਰਬਾਰ ਦੇ ਮੁੱਖ ਗ੍ਰੰਥੀ ਸਹਿਬਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਬਹੁਤ ਪਿਆਰ ਦੇ ਵਿੱਚ ਭੇਜ ਕੇ ਅੱਜ ਦੀ ਕਥਾ ਰੂਪ ਸ਼ਬਦ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਲੜੀਵਾਰ ਸ੍ਰੀ ਰਾਗ ਵਿੱਚ ਚੱਲ ਰਿਹਾ ਹੈ, ਇਹ ਸਰਵਣ ਕੀਤਾ ਹੈ। ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਦੇਸਾਂ ਵਿਦੇਸਾਂ ਵਿੱਚ ਘਰ ਬੈਠ ਕੇ ਸਰਵਣ ਕਰ ਰਹੇ ਹੋ, ਕਰੋ ਮਨੋਬਿਰਤੀਆਂ ਇਕਾਗਰ। ਸੱਚੇ ਪਾਤਸ਼ਾਹ ਮਿਹਰ ਕਰਨ, ਕਹਿਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਅੰਦਰ ਦੀ ਇਕਾਗਰ ਚਿੱਤ ਦੀ ਭਾਵਨਾ ਬਖਸ਼ਣ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪ ਜੀ ਨੇ ਗੁਰਮੁਖਾਂ ਪਾਸੋਂ ਲੋਭ ਦੀ ਪਰਿਭਾਸ਼ਾ ਪਿਛਲੇ ਸ਼ਬਦ ਵਿੱਚ ਸਰਵਣ ਕੀਤੀ ਸੀ। ਅੱਜ ਜਿਹੜੀ ਪਰਿਭਾਸ਼ਾ ਹੈ ਇਸ ਸ਼ਬਦ ਵਿੱਚ, ਉਹਨੂੰ ਸਤਿਗੁਰੂ ਜੀ ਨੇ ਸਰੀਰ ਦੇ ਅੰਦਰ ਦੀ ਕਈ ਪ੍ਰਕਾਰ ਦੀਆਂ ਅੱਗ ਦਾ ਜ਼ਿਕਰ ਕਰਕੇ ਬਿਆਨ ਕੀਤਾ ਹੈ। ਲੋਹਾਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿੱਥੇ ਲੋਹੇ ਨੂੰ ਢਾਲਦਾ ਹੈ ਤੇ ਉਹਦੀ ਭੱਠੀ ਵਿੱਚ ਇੱਕੋ ਕਿਸਮ ਦੀ ਅੱਗ ਹੁੰਦੀ ਹੈ। ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਇਸ ਸਰੀਰ ਦੇ ਵਿੱਚ ਇੱਕ ਨਹੀਂ, ਲੋਹਾਰ ਦੀ ਭੱਠੀ ਦੇ ਵਿੱਚ ਤੇ ਇੱਕ ਕਿਸਮ ਦੀ ਅੱਗ ਹੈ, ਪਰ ਇਸ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਅੱਗਾਂ ਨੇ। 5 ਤਰ੍ਹਾਂ ਦੀਆਂ ਅੱਗਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਇਹਦੇ ਵਿੱਚ ਪ੍ਰਬਲ ਨੇ। ਇਸ ਤੋਂ ਉਪਰੰਤ ਹੋਰ ਬੇਅੰਤ ਅੱਗਾਂ ਜਿਹਦਾ ਜ਼ਿਕਰ ਸਤਿਗੁਰੂ ਜੀ ਅੱਜ ਦੇ ਸ਼ਬਦ ਵਿੱਚ ਕਰਦੇ ਨੇ। ਇਹ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦਾ ਨਾਮ ਹੈ। ਸ੍ਰੀ ਹੀ ਆਪਣੇ ਆਪ ਵਿੱਚ ਸੰਪੂਰਨ ਨਾਮ ਹੈ। ਰਾਗ ਇਹ ਦਰਸਾਉਣ ਲਈ ਵਰਤਿਆ ਕਿ ਇਹ ਸ੍ਰੀ ਰਾਗ ਹੈ। ਇਹ ਔੜਵ ਜਾਤੀ ਦਾ ਸੰਪੂਰਨ ਰਾਗ ਹੈ ਤੇ ਇਹਨੂੰ ਗਾਉਣ ਦਾ ਜਿਹੜਾ ਵੇਲਾ ਹੈ ਉਹ ਲੋਢਾ ਵੇਲਾ ਹੈ, ਭਾਵ ਕਿ ਤਰਕਾਲਾਂ ਵੇਲਾ। ਜਿਸ ਵੇਲੇ ਸੂਰਜ ਢਲ ਜਾਂਦਾ ਹੈ ਉਸ ਵੇਲੇ ਗਾਉਣ ਦਾ ਇਹਨੂੰ ਸਮਾਂ ਆਖਿਆ ਗਿਆ ਵਿਦਵਾਨਾਂ ਰਾਹੀਂ। ਤੇ ਜਿਹੜਾ ਸ਼ਬਦ ਇਸ ਰਾਗ ਦੇ ਵਿੱਚ ਅਸੀਂ ਸਰਵਣ ਕਰ ਰਹੇ ਹਾਂ, ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ,
कि वाहिगुरू जी का एक तिल विसर जाना बहुत धानक ते वड्डा रोग है। क्यों दरगाह पत पाईए जां हर ना वसै मन माहे। ये पहलियां 3 तुकां, क्योंकि 3 तुकां दा पदा है, ते पहलियां 3 तुकां दी समाप्ति माहे ते ही हो रही है। गुरमुख ऐसा सुख पाईए अगन मरै गुण माहे। ये जिथे सतगुरु जी ने पहले पदे विच अगन का जिक्र किया है, ये अगन का इशारा अंदर दी तृष्णा की अग वाल है। महाराज कहते लोहार की भट्ठी विच इक्को अग है, पर तन दे अंदर काया आरण मन विच लोहा 5 अगन तित लाग रही। कोयले पाप पड़े तिस ऊपर मन जलिया सन्नी चिंत पई। जिमें लोहार की भट्ठी दे विच लोहा एक पासियों सड़ जाए तो उहदे कोल लोहे का औजार हुंदा है, उहनूं सन्नी आखदे आ। उहदे नाल फड़ के ते लोहे का वो पासा पलट दिता जांदा जिहड़ा सड़िया नहीं हुंदा। महाराज कहंदे तन दे अंदर दियां अग दा भी जिक्र सुण दुनिया दे बंदिया, तेरे अंदर इन्नियां अग्गां ने। काम क्रोध लोभ मोह अहंकार की अग विच ते तू सड़ रहा, ते जेड़े मन का पासा हजे नहीं सड़िया, चिंता रूपी सन्नी ने उस मन नूं पलट के मन का अनसड़िया पासा भी जिहड़ा सड़िया नहीं है उन्होंने भी साड़ के रख देना है, जिहड़ा हजे सड़िया नहीं। इनू महाराज जी कहते काया आरण मन विच लोहा 5 अगन तित लाग रही। कोयले पाप पड़े तिस ऊपर मन जलिया सन्नी चिंत पई। चिंता दी सन्नी मन का कोई हिस्सा शांत नहीं रहन देंदी। ते महाराज जी अज दे शब्द दे विच गुरु नानक साहब सच्चे पातशाह क्यों सतगुरु जी ने ये उदासी की रीत चलाई है। सतगुरु जी ने देखा ना, बाबा देखा ध्यान धर जलती सब पृथ्वी दिसियाई। ये अग है, ये तृष्णा की अग विच सारा संसार सड़ रहा है। और विद्वाना ने इनू 4 तरह की भुख आख्या। पहली दामना की भुख दमड़े, जिन्हों असी सारे पदार्थ की चकाचौंध कहते हैं। दूसरी भुख है चम की, जिन्हों असी शरीरक भुख कहते हैं, भाव कि चम का प्रगटावा ਜਾਂ शरीर का प्रगटावा। तीसरी है काम की कामनावां की, ते चौथी है नाम की। ये नाम कोई बंदगी इबादत वाला नाम नहीं। ये 3 तरह दीयां भुखां ते आम बंदियां नूं चिमड़ियां होईयां ने। बाहर दी चकाचौंध, तन की भुख, तन की भुख विच सारियां भुखां आ गईयां। कामनावां दियां काम दियां भुखां, पर नाम की भुख ऐसी है। एक कुटिया विच बैठा होया साध बरसां तो तप साध रहा है, पर वो कहे मेरे अंदर तो कोई भुख नहीं। धन गुरु नानक साहब कहते उहदे अंदर भी ये भुख है कि दुनिया के अंदर मेरा भी नाम ना होए, मेरी भी तूती बजे। धर्म के भेख दे विच ये भुख होंदी है कि बंदा मैनू 2-3 वारी 4 वारी मनाए फिर मैं मनूँ। मारे कहते ये भुख तृष्णा की सब दे अंदर है, कोई नहीं बचिया होया इस भुख तो। साहिब जी ने अज रहाओ दियां तुकां दे विच भी बख्शिश की। सतगुरु जी रहाओ दियां तुकां दे विच बख्शिश कर दे। मन रे अहनिस हर गुण सार, आ मैं तेनू दसां इस अग तो बचण दा तरीका की है। इस तृष्णा की अग तो एक बहुत पुरानी उदाहरण है कि पुराने समय दे विच घर दे विच चुल्हे विच अग बालदे सी, जां सुक्कियां लकड़ां जां पराली ते जां गोहा। पर पुराने समय दे विच जद अग बाली जाती सी ते सारे पिंड नूं पता लग जांदा सी फलाणे दे घर विच अग बल पई है, चुल्हा बल पिया। क्यों? धुआं उठदा सी, धुखदी सी अग ते पता लग जांदा सी। समा बतीत होया ते लोकां ने कोयले लिया के अग बालनी शुरू की भट्ठियां दे विच। पर कोयले की अग भी ऐसी सी, गोहे की अग भी ऐसी सी जिहड़ी धुएं नूं ना रोक सकी। उन्हें भी दस दिता कि इत्थे भी अग है। फिर समा आया, फिर लोकां ने समा पा के स्टोव बालने शुरू कर दिते। स्टोव भावें धुआं नहीं सी देंदे, पर स्टोव का शोर इन्ना पैंदा सी कि गली तो लंघदा पुरख दस दिंदा सी इहदे घर विच अग बल रही है, स्टोव बल रहा है। पर अज दियां अग्गां बड़ियां कमाल दियां, गैस सिलेंडर ते इलैक्ट्रॉनिक चुल्हे आ गए ने, ते अज पता ही नहीं लगता ना धुआं हुंदा है ते ना शोर हुंदा है। सच्ची गल यह है कि जिहड़ा माड़ा मनुख है, जिहड़ा तृष्णा की अग तो बच नहीं सकिया, उहदे परिवार, उहदे रिश्तेदारां नूं, उहदे साख संबंधियां मित्रां नूं पता लग जाएगा ये अग विच सड़ रहा है, चिंता दियां, रोगां दियां, सोगां दियां। पर अज दे समय च मनुख इन्ने सियाणे हो गए ने,
ਸੜ ਅੰਦਰੋਂ ਸਾਰੇ ਰਹੇ ਹਾਂ, ਪਰ ਬਾਹਰੋਂ ਪਤਾ ਨਹੀਂ ਲੱਗਣ ਦਿੰਦੇ ਕਿ ਸਾਨੂੰ ਵੀ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ। ਬਾਬਾ ਫਰੀਦ ਜੀ ਦਾ ਬਚਨ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ। ਇਹ ਤ੍ਰਿਸ਼ਨਾ ਦੀ ਅੱਗ 'ਚ ਕੋਈ ਨਹੀਂ ਬਚ ਸਕਦਾ। ਬਸ ਫਰਕ ਇੰਨਾ ਹੈ, ਕੋਈ ਮਾਤੜ ਮਨੁੱਖ ਹੈ, ਮਾੜਾ ਮਨੁੱਖ ਹੈ, ਉਹਦੀ ਤ੍ਰਿਸ਼ਨਾ ਦੀ ਅੱਗ ਪ੍ਰਗਟ ਹੋ ਜਾਂਦੀ ਹੈ, ਤੇ ਜਿਹੜਾ ਸਿਆਣਾ ਹੈ ਉਹ ਰੱਸਾਂ ਕੱਸਾਂ ਜਾਂ ਬੋਲ ਚਾਲ ਦੇ ਨਾਲ ਉਹਨੂੰ ਲੁਕੋ ਲੈਂਦਾ ਹੈ, ਜਾਂ ਦਿਖਾਵੇ ਤੇ ਪ੍ਰਗਟਾਵੇ ਨਾਲ ਲੁਕੋ ਲੈਂਦਾ ਹੈ। ਅੱਜ ਸਾਨੂੰ ਲੱਗਦਾ ਸੋਸ਼ਲ ਮੀਡੀਆ ਦਾ ਸੰਸਾਰ ਬਹੁਤ ਖੁਸ਼ ਹੈ, ਪਰ ਮਹਾਰਾਜ ਅੱਜ ਦੇ ਸ਼ਬਦ ਵਿੱਚ ਇਹਦਾ ਨਿਰਣਾ ਦਿੰਦੇ ਆ, ਬਸ ਬਾਹਰ ਦਾ ਫੋਕਾ ਦਿਖਾਵਾ ਹੈ। ਕੋਈ ਐਸਾ ਪੁਰਖ ਇਸ ਧਰਤੀ ਤੇ ਨਹੀਂ ਹੈ ਜੋ ਜੋ ਦਿਸੈ ਸੋ ਸੋ ਰੋਗੀ। ਸਾਰੇ ਇਸ ਅੱਗ ਵਿੱਚ ਸੜ ਰਹੇ ਨੇ। ਮਹਾਰਾਜ ਕਹਿੰਦੇ ਇਹ ਅੱਗ ਸਾਰਿਆਂ ਦੇ ਘਰ ਹੈ। ਬਾਬਾ ਫਰੀਦ ਜੀ ਦਾ ਬਚਨ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ। ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਤ੍ਰਿਸ਼ਨਾ ਦੀ ਅੱਗ ਸਾਰਿਆਂ ਦੇ ਘਰ ਹੈ, ਇਹ ਰੋਗਾਂ ਦੀ ਅੱਗ ਸਾਰਿਆਂ ਦੇ ਘਰ ਹੈ। ਤੇ ਕਈ ਲੁਕੋਈ ਜਾਂਦੇ, ਕਈਆਂ ਨੂੰ ਲੁਕਾਉਣ ਦੀ ਬੜੀ ਤਕਨੀਕ ਆਉਂਦੀ ਹੈ, ਵਿਧ ਹੈ, ਕਈਆਂ ਕੋਲ ਪ੍ਰਗਟ ਨਹੀਂ ਹੁੰਦੇ, ਹੋਣ ਦਿੰਦੇ। ਮਹਾਰਾਜ ਜੀ ਨੇ 500 ਸਾਲ ਪਹਿਲਾਂ ਹੀ ਕਿਹਾ, ਕਿਛ ਨਾ ਬੁਝੈ ਕਿਛ ਨਾ ਸੁਝੈ, ਦੁਨੀਆ ਗੁੱਝੀ ਭਾਏ। ਇਹ ਅੱਗ ਅੰਦਰੋਂ ਸਾਰਿਆਂ ਦੇ ਅੰਦਰ ਬਲ ਰਹੀ ਹੈ, ਪਰ ਸਭ ਨੇ ਲੁਕੋਈ ਹੋਈ ਹੈ। ਇਹ ਗੁੱਝੀ ਭਾਏ, ਇਹ ਗੁੱਝੀ ਅੱਗ ਹੈ। ਬਾਬਾ ਫਰੀਦ ਜੀ ਦਾ ਬਚਨ, ਕਿਛ ਨਾ ਬੁਝੈ ਕਿਛ ਨਾ ਸੁਝੈ, ਦੁਨੀਆ ਗੁੱਝੀ ਭਾਏ। ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾ ਆਹੇ। ਮੈਨੂੰ ਸੜਨ ਤੋਂ ਬਚਾ ਲਿਆ ਮੇਰੇ ਖਸਮ ਵਾਹਿਗੁਰੂ ਨੇ, ਨਹੀਂ ਤੇ ਮੈਨੂੰ ਵੀ ਇਸ ਸੰਸਾਰ ਦੀ ਅੱਗ ਨੇ ਸਾੜ ਦੇਣਾ ਸੀ। ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ। ਇਹ ਪਾਵਕ, ਇਹ ਪਾਣੀ ਅੱਗ ਦਾ ਹੈ, ਇਹ ਅੱਗ ਦੇ ਵਿੱਚ ਕੋਈ ਨਹੀਂ ਬਚ ਸਕਦਾ। ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ, ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਇਹ ਸਾਰਾ ਸੰਸਾਰ ਡੁੱਬਦਾ ਜਾ ਰਿਹਾ ਹੈ। ਅੱਜ ਦੇ ਸ਼ਬਦ ਵਿੱਚ ਗੁਰਮੁਖ ਦੇ ਜੀਵਨ ਜਾਚ ਦੀ ਪੂਰਨ ਵਿਧ ਦੱਸੀ ਹੈ, ਪਰ ਇਹ ਵੀ ਦੱਸਿਆ ਕਿ ਇਸ ਅੱਗ ਤੋਂ ਬਚਣ ਦਾ ਤਰੀਕਾ ਕੀ ਹੈ। ਸੁਣੋ ਰਹਾਉ ਦੀਆਂ ਤੁਕਾਂ 'ਚ ਮਹਾਰਾਜ ਕਹਿੰਦੇ, ਮਨ ਰੇ ਅਹਨਿਸ ਹਰ ਗੁਣ ਸਾਰ। ਪ੍ਰਭੂ ਦੇ ਗੁਣਾਂ ਨੂੰ, ਸ੍ਰੇਸ਼ਟ ਗੁਣਾਂ ਨੂੰ ਹਿਰਦੇ ਵਿੱਚ ਵਸਾ। ਜਿਨ ਖਿਨ ਪਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ। ਰਹਾਉ, ਜਿਨ੍ਹਾਂ ਦੇ ਹਿਰਦੇ ਵਿੱਚੋਂ ਪ੍ਰਭੂ ਦਾ ਨਾਮ ਨਹੀਂ ਵਿਸਰਿਆ। ਤੇ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਮੰਦਰ ਊਸਰਹਿ। ਤਾਂ ਨਹੀਂ ਹੈ, ਤੱਤਾ ਮੁਕਤਾ। ਮੋਤੀ ਤਮੰਦਰ ਊਸਰਹਿ, ਰਤਨੀ ਤਾ ਹੋਹੈ ਜੜਾਉ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਮਤ ਦੇਖ ਭੂਲਾਂ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਦੇਖੀ ਕਿਥੇ ਬਾਹਰੋਂ ਇਹ ਸਾਰੇ ਸੰਸਾਰ ਦੀ ਚਕਾ ਚੌਂਦ ਵੇਖ ਕੇ ਭੁੱਲ ਨਾ ਜਾਈ। ਕਿਹਨੂੰ? ਉਸ ਖਸਮ ਨੂੰ ਜਿਹਨੇ ਸਭ ਕੁਛ ਦਿੱਤਾ ਹੈ, ਜਿਹੜਾ ਰਾਮਈਆ ਕੇ ਗੁਣ ਰਮਈਆ ਕੇ ਗੁਣ ਚੇਤ ਪ੍ਰਾਣੀ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ। ਗਰਭ ਅਗਨ ਮਹਿ ਜਿਨੈ ਉਬਾਰਿਆ। ਪਰ ਗੁਰੂ ਅਮਰਦਾਸ ਜੀ ਕਹਿੰਦੇ ਇਹ ਸੰਸਾਰ ਦਾ ਦਸਤੂਰ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇੱਕ ਤਿਲ ਦਾ ਦਾਣਾ ਬੜਾ ਬਰੀਕ ਹੁੰਦਾ ਹੈ। ਤਿਲ ਦਾ ਮਤਲਬ ਮਾਸਾ। ਜੇ ਇੰਨਾ ਵੀ ਵਾਹਿਗੁਰੂ ਜੀ ਦਾ ਸਿਮਰਨ ਮੇਰੇ ਮਨ ਵਿੱਚੋਂ ਬਸਿਮਰਨ ਬਣੇ। ਸਿਮਰਨ ਹੈ ਚੇਤਾ ਕਰਨਾ, ਬਸਿਮਰਨ ਹੈ ਵਿਸਰਨਾ। ਇੱਕ ਤਿਲ ਪਿਆਰਾ ਵੀਸਰੈ। ਜੇ ਵਾਹਿਗੁਰੂ ਇੱਕ ਤਿਲ ਲਈ ਵਿਸਰ ਜੇ, ਰੋਗ ਵੱਡਾ ਮਨ ਮਾਹੇ। ਵੱਡਾ ਰੋਗ ਹੈ। ਇਹਨੂੰ ਦੋ ਗੁਰਬਾਣੀ ਦੇ ਵਿੱਚ ਵੱਡੇ ਰੋਗਾਂ ਦਾ ਜ਼ਿਕਰ ਹੋਇਆ। ਇੱਕ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ। ਹਉਮੈ ਵੱਡਾ ਰੋਗ ਹੈ। ਤੇ ਇੱਕ ਤ੍ਰਿਸ਼ਨਾ ਦਾ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਮੈਲੇ। ਤਿਨੀ ਜਨਮ ਜੂਐ ਹਾਰਿਆ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਇਹ ਵੱਡਾ ਰੋਗ ਹੈ। ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ। ਇੱਥੇ ਮਹਾਰਾਜ ਜੀ ਵੱਡਾ ਰੋਗ ਤ੍ਰਿਸ਼ਨਾ ਦਾ ਆਖਦੇ ਨੇ। ਤੇ ਇਸ ਰੋਗ ਤੋਂ ਕੋਈ ਨਹੀਂ ਬਚਿਆ। ਉਹੀ ਕਿ ਮੈਂ ਬਚ ਗਿਆ, ਮੈਂ ਤੇ ਕੁਟੀਆ ਵਿੱਚ ਬਹਿ ਕੇ ਮੈਂ ਤੇ ਪਹਾੜਾਂ ਦੀ ਕੰਦਰਾਂ ਤੇ ਚਲਾ ਗਿਆ। ਮਹਾਰਾਜ ਕਹਿੰਦੇ ਜ਼ੁਬਾਨ ਐਸੀ ਹੈ, ਕਾਮਨਾਵਾਂ ਐਸੀ ਹੈ, ਜਿਹੜੀ ਕਿਸੇ ਨੂੰ ਬਚਣ ਨਹੀਂ ਦਿੰਦੀ। ਕੱਲੀ ਇਹ ਚਕਾ ਚਾਉਣ ਦੀ ਥੋੜ੍ਹੀ ਹੈ, ਇਹ ਤੇ ਅੰਦਰ ਦੀ ਨਾਮਨਾ ਦੀ ਵੀ ਭੁੱਖ ਸਾੜਦੀ ਹੈ। ਇਹ ਵੱਡਾ ਰੋਗ ਹੈ। ਤੇ ਇੱਕ ਤਿਲ ਵਿਸਰਨਾ ਕਾਰਨ ਕੀ ਹੈ? ਦੂਜਾ, ਜਿਸ ਮਨ ਵਿੱਚ ਦੂਸਰਾ ਖਿਆਲ ਪ੍ਰਗਟ ਹੋ ਗਿਆ, ਇੱਕ ਦਾ ਫੁਰਨਾ ਖਤਮ ਹੋ ਜਾਏਗਾ। ਔਲਾਦ ਆਪਣੇ ਮਾਂ ਬਾਪ ਦਾ ਸੰਗ ਕਿਉਂ ਘਟਾ ਦਿੰਦੇ ਆ? ਦੂਜਾ ਆ ਜਾਂਦਾ ਹੈ।
ਮਿੱਤਰ ਪੁਰਾਣੇ ਮਿੱਤਰ ਨੂੰ ਕਿਉਂ ਛੱਡ ਦਿੰਦੇ ਐ? ਨਵਾਂ ਬਣ ਜਾਂਦਾ ਹੈ। ਬਸ ਮਹਾਰਾਜ ਇਸ਼ਾਰਾ ਕਰਦੇ ਦੂਜਾ, ਜਿੱਥੇ ਸੰਸਾਰ ਦਾ ਸਾਨੂੰ ਦੂਸਰਾ ਕੋਈ ਪਿਆਰਾ ਲੱਗਣ ਲੱਗ ਗਿਆ, ਬਸ ਇਹ ਬਸਿਮਰਨ ਹੋ ਗਿਆ, ਬਸਿਮਰਨ ਹੋ ਗਿਆ। ਔਰ ਇਹ ਇੰਨੀ ਸੂਖਸ਼ਮ ਖੇਡ ਹੈ। ਸਤਿਗੁਰੂ ਜੀ ਕਹਿੰਦੇ ਇਸ ਖੇਡ ਦੇ ਵਿੱਚ ਕੋਈ ਕਹੇ ਨਾ ਜੋਗਤੀਆਂ ਜੋਗੀ ਜਤੀ ਜੰਗਮ ਬਚ ਗਏ ਨੇ, ਦੇਵਤਿਆਂ ਦਰਸ਼ਨ ਕੈ ਤਾਈ ਦੂਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਸ ਪਏ, ਉਹਨਾਂ ਨੂੰ ਵੀ ਨਹੀਂ ਛੱਡ ਸਕੀ ਤ੍ਰਿਸ਼ਨਾ। ਜਾ ਕੋ ਮੁਨ ਧਿਆਨ ਧਰੈ ਫਿਰਤ ਸਗਲ ਜੁਗ, ਕਬਹੂ ਕੋ ਪਾਵੈ ਆਤਮ ਪ੍ਰਗਾਸ ਕੋ, वेद बाणी सहत बिरंच जस गावै जाको, शिव मुन गह न तजात कबलास को। कोई कहे मैं कैलाश पर्वत ते जाके बह गया, मैनू तृष्णा कुछ नहीं कहेगी। जाको जोगी जति सिद्ध साधक अनेक तप, जटा जूट भेख कीए फिरत उदास को। जटावां रखण वालियां नूं भी महाराज कहंदे ए नहीं छड्डी, गृह शोभा जाके रे नाहि, आवत भैया पहिया खुद है जाहि, वाकै अंतर नहीं संतोख, बिन सुहागन लागै दोख, धन सुहागन महापवीत, तपे तपीसर डोले चीत। ਉਹ ਆਮ ਬੰਦੇ ਦੀ ਕੀ ਗੱਲ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤ੍ਰਿਸ਼ਨਾ ਨੇ ਤੇ ਤਪੇ ਤਪੀਸਰਾਂ ਨੂੰ ਨਹੀਂ ਛੱਡਿਆ। ਪਰ ਇੱਕੋ ਇੱਕ ਜੁਗਤ ਸਤਿਗੁਰੂ ਜੀ ਨੇ ਦੱਸੀ ਹੈ ਕਿ ਜਦ ਇੱਕ ਵਿਸਰ ਜਾਏ ਤੇ ਦੂਸਰਾ ਆ ਜਾਏ ਫਿਰ ਰੋਗ ਹੈ। ਹਰ ਬਿਸਰਤ ਸਦਾ ਖੁਆਰੀ, ਖੁਆਰ ਹੋ ਜਾਣਾ ਵਾਹਿਗੁਰੂ ਜੀ ਨੂੰ ਵਿਸਰਨਾ। ਤੇ ਜੇ ਇਹ ਵਿਸਮਰਨ ਪੈ ਜੇ, ਇਹ ਸਿਮਰਨ ਦਾ ਘਾਟਾ ਹੋ ਜੇ, ਕਿਉਂ ਦਰਗਾਹ ਪੱਤ ਪਾਈ ਹੈ? ਕਿਉਂ ਦਰਗਾਹ ਪਾਰ ਬ੍ਰਹਮ ਦੀ ਦਰਗਾਹ 'ਚ ਤੈਨੂੰ ਪੱਤ ਨਹੀਂ ਮਿਲੇਗੀ। ਜਾਂ ਹਰ ਨਾ ਵਸੈ ਮਨ ਮਾਹੇ, ਜਿੰਨਾ ਚਿਰ ਤੱਕ ਤੇਰੇ ਹਿਰਦੇ 'ਚ ਹਰੀ ਵਾਹਿਗੁਰੂ ਨਹੀਂ ਵਸਿਆ। ਗੁਰ ਮਿਲਿਆ ਸੁਖ ਪਾਈਐ, ਇਹ ਜੁਗਤ ਸਿੱਖ ਲੈ। ਸੱਚੇ ਗੁਰਕੁਲ ਆ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼ੰਕੇ ਕੀਤੇ, ਜਿੰਨੀਆਂ ਸਾਖੀਆਂ ਮਿਲਦੀਆਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਸਾਰੇ ਸ਼ੰਕਿਆਂ ਵਾਲੀਆਂ। ਸਤਿਗੁਰੂ ਜੀ ਜਿਸ ਵੇਲੇ ਗੁਰਤਾ ਗੱਦੀ ਤੇ ਬੈਠੇ, ਲੰਮੇ ਦੇਸ਼ ਦਾ ਇੱਕ ਚੋਰ ਆਇਆ। ਉਹਦੇ ਮਨ 'ਚ ਸ਼ੰਕਾ ਸੀ, ਉਮਰ 5 ਸਾਲ ਹੈ, ਮੈਂ ਚੋਰ ਕਿੰਨੇ ਸਾਲਾਂ ਦੀ ਚੋਰੀ ਕਰ ਰਿਹਾ, ਇਹ ਮੈਨੂੰ ਕੀ ਫੜਨਗੇ, ਮੈਂ ਦਰਬਾਰ ਵਿੱਚੋਂ ਚੋਰੀ ਕਰਕੇ ਚਲਾ ਜਾਵਾਂਗੇ। ਪੁਰਾਤਨ ਗ੍ਰੰਥਾਂ ਦੀਆਂ ਸਾਖੀਆਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ। ਤੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਕਦੀ ਵੀ ਬਚਨ ਬਿਲਾਸ ਦੇ ਵਿੱਚ ਉਪਦੇਸ਼ ਨਹੀਂ ਕਰਦੇ ਸੀ। ਉਹਨਾਂ ਦਾ ਉਪਦੇਸ਼ ਗੁਰੂ ਸਾਹਿਬ ਦਾ ਸਿਰਫ ਬਾਣੀ ਦੀ ਤੁਕਾਂ ਰਾਹੀਂ ਹੁੰਦਾ ਸੀ। ਜਿਸ ਵੇਲੇ ਉਹ ਲੰਮੇ ਦੇਸ਼ ਦਾ ਚੋਰ ਅੱਗੇ ਬੈਠਾ, ਮਨ 'ਚ ਚੋਰੀ ਦਾ ਖਿਆਲ ਸੀ ਤੇ ਬਾਹਰੋਂ ਵਾਹਿਗੁਰੂ ਵਾਹਿਗੁਰੂ ਜਪਦਾ ਸੀ, ਰਾਮ ਰਾਮ ਜਪਦਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਾਣੀ ਜਾਣ ਨੇ, ਗੁਰ ਪਰਮੇਸ਼ਰ ਇੱਕੋ ਹੀ ਰੂਪ ਹੈ, ਕੋਈ ਲੁਕ ਨਹੀਂ ਸਕਦਾ। गुरु गुरु गुर कर मन मोर, गुरु बिना मैं नाही होर, गुर की टेक रहो दिन रात, जाकी कोई ना मिटै दात। गुर परमेश्वर एको जान, इको ही जानो। ਤੇ ਜਿਸ ਵੇਲੇ ਉਹ ਅੱਖਾਂ ਮਟਕਾਏ ਤੇ ਮਹਾਰਾਜ ਨੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਚੋਰ ਕੀ ਹਾਮਾ ਭਰੇ ਨਾ ਕੋਈ, ਭੁੱਬਾਂ ਮਾਰ ਕੇ ਰੋਣ ਲੱਗ ਗਿਆ। ਇੱਕ ਸਾਖੀਆਂ ਨਹੀਂ, ਬੇਅੰਤ ਸਾਖੀਆਂ ਪੁਰਾਤਨ ਗ੍ਰੰਥਾਂ 'ਚ ਪਈਆਂ। ਇੱਕ ਲੰਮੇ ਪਿੰਡ ਦਾ ਆਇਆ ਸਰਪੰਚ, ਉਹ ਸੰਗਤ ਵਿੱਚ ਬੈਠ ਕੇ ਕਦੀ ਅੱਖਾਂ ਸੱਜੇ ਮਟਕਾਏ, ਕਦੀ ਖੱਬੇ ਮਟਕਾਏ, ਕਦੀ ਉੱਤੇ ਕਦੀ ਥੱਲੇ। ਤੇ ਸਤਿਗੁਰੂ ਜੀ ਨੇ ਉਸ ਸਰਪੰਚ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਆਖਿਆ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਅੰਦਰ ਸੱਚਾ ਧਿਆਨ ਨਹੀਂ, ਫਿਰ ਕਾਹਦਾ ਤੂੰ ਪੰਚ ਹੈ? ਫਿਰ ਨਾ ਪ੍ਰਭੂ ਦੀ ਦਰਗਾਹ ਵਿੱਚ ਤੂੰ ਪੰਚ ਹੈ ਤੇ ਨਾ ਦੁਨੀਆ ਦੇ ਵਿੱਚ ਪੰਚ ਕਾ ਹੋਣ ਵਾਲਾ ਲਾਇਕ ਹੈ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵਡਿਆਈਆਂ। ਸ਼ੰਕਾ ਬੜੀ ਹੋਈ, ਪਹਿਲਾਂ ਕੋੜੀ ਅੱਗੇ ਕਰ ਦਿੱਤਾ, ਤੁਸੀਂ ਸਾਖੀਆਂ ਸੁਣੀਆਂ ਨੇ। ਫਿਰ ਪੰਜੋਖਰਾ ਸਾਹਿਬ ਪੰਡਿਤ ਲਾਲ ਚੰਦ ਆਇਆ ਕਿ ਏਡਾ ਵੱਡਾ ਨਾਮ ਰਖਾਇਆ। ਸਤਿਗੁਰੂ ਜੀ ਨੇ ਛੱਜੂ ਝੀਵਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਗੀਤਾ ਦੇ ਅਰਥ। ਫਿਰ ਇਸ ਧਰਤੀ ਤੇ ਇਸ ਪਾਵਨ ਦਰਬਾਰ ਵਿੱਚ ਇੱਥੇ ਹੋਰ ਬੜੇ ਕਿਲੇ ਸਨ। ਇੰਦੌਰੀਆਂ ਦਾ ਕਿਲਾ ਸੀ, ਹੈਦਰਾਬਾਦੀਆਂ ਦਾ ਕਿਲਾ ਸੀ, ਜੋਧਪੁਰ ਦੀ ਰਿਆਸਤਾਂ ਦੇ ਕਿਲੇ ਸਨ। ਇੱਥੇ ਘੱਟ ਸਨ ਕਿਲੇ, ਪਰ ਅੱਜ ਸਿਰਫ ਰਾਜਾ ਜੈ ਸਿੰਘ ਦਾ ਕਿਲਾ ਕਿਉਂ ਕਹਿੰਦੇ ਆ? ਕਿਉਂਕਿ ਜਿੱਥੈ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਥਾਂ ਤੇ ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ। ਇਹ ਗੁਰੂ ਤੇ ਸ਼ੰਕਾ ਨਹੀਂ। ਤੇ ਰਾਣੀ ਪਟ ਰਾਣੀ ਪੁਸ਼ਪਾ ਦੇਵੀ ਉਹਦਾ ਨਾਮ ਸੀ। ਉਹ ਕਹਿੰਦੀ ਗੁਰੂ ਤੇ ਮੈਂ ਸ਼ੰਕਾ ਕੀਤਾ ਕਿ ਗੁਰੂ ਸੱਚੇ ਨੇ ਕਿ ਝੂਠੇ ਨੇ।
पटराणियां दे कपड़े, पटराणी नौकराणियां दे कपड़े पा के बह गई। तो गुरु हरकृष्ण साहब महाराज कहते, वे राणी जे गुरु ते शंका करेंगी, गुरु ते इम्तिहान पाएंगी, तो गुरु एक खिंच इम्तिहान तो निकल जाएगा। जिस दिन गुरु ने इम्तिहान पाता, फिर कौन कढ़ेगा तेनों इम्तिहानां विचों? जिस दिन गुरु ने तेनों गेड़ च पाता। ये नहीं, गुरु ते शंका नहीं। इनू सतगुरु जी कहते हैं, कहते गुर मिले सुख पाई है। गुरु नूं मिलिया सच्चा सुख है, वड्डा सुख है। गुरु मुख देख गरु सुख पायो, हुती जो प्यास पीयूष पिवन की बांछत सिद्ध को बिद मिलायो। पूर्ण भव मन ठौर बसो, रस बासन स्यो जो दहंग दिसतायो। जेड़ा मन इस सरदल तो बाहर दसां दिशावां वल भजदा है ना, इत्थे आके पूर्ण एकाग्र चित हो जाता है। गुरु की कला ये है, गुरु की बख्शिश ये है। जे इत्थे आके भी नहीं टिकिया, बाहर की अगन बूझत जल सरता कै, नाव में जो अगन लागे कैसे कै बुझाई है। भाई गुरदास जी, बाहर से भाग ओट लीजियत कोट गढ़, गढ़ में जो लूट लीजिए कहो कत जाई है। चोरन कै त्रास शरण गहे नहिंद, मारै महीपत जे कहो कै बचाई है। तैसे नर डरपत हार, गुरु द्वारे जाए, तहां जो व्यापै माया कहो ठौर आई है। बेड़ी च अग लग जाए तो नदी के कंढे जाके बुझोई जा सकती है, पर बेड़ी ही समुंदर दे विच होए ते अग लग जाए, किवें बुझोगे, किवें अग बुझा सकोगे? जे बंदा चोरां तो डरदा होया कोतवाली च जाए तो अगों कोतवाली च ही उन्होंने गिरफ्तार कर लिया जाए, दसो किहदे कोल जाएगा? डाकुआं तो डरदा होया बंदा महीपत वड्डे राजे कोल जाए तो उत्थे उन्होंने राजे ही कुटदे। भाई गुरदास कहते, कहते उदों उन्होंने किहड़ा आसरा? इवें दुनिया की माया, दुनिया की तृष्णा, दूसरे तो बचन लई, दूजे तो बचन लई जे सिख गुरु घर आए तो इत्थे आके भी अखां मटकाए, इत्थे आके भी अरल बरल सोचे, जे इत्थे आके भी गुरु ते शंका करे। भाई गुरदास कहते धरती ते कोई होर थां नहीं जिथे जाके फिर तू बच सकदा है, जिथे जाके तेरे अंदरों ये दुचती भावना खत्म होएगी। गुर मिलिया सुख पाई है, अगन मरै गुण माहे। गुरु दे दिते गुणा दे विचों अगन खत्म होंदी। ये है तृष्णा दी अग। ये अग बहुत बहुत वड्डी है, किसी दी बुझी है? महाराज कहते नहीं, वड्डे वड्डे राजन अर भूमन ताकि तृष्ण ना बुझी। महाराज कहते बड़े बड़े राजियां दी, भूमन कहते जमींदारां दी, होर जमीन कहते तृष्णा नहीं बुझी। कहते लपट रहे, कहते लपट रहे ने सारे माया रस कारण। तृष्णा कहते अंदर दी तृष्णा वाली अग ना कछू ना बुझी, ए बुझी नहीं, कहते बुझदी नहीं। विख्या मैं किने गत ना पाई, जो पावक ईदन नहीं धरापै। जिमें पेड़ां रुखां जंगलों विच लगी हुई अग, कदी ये कहंदियां मैं रज गईयां, बस मैं होर नहीं बलदी, बहुत साड़ ले रुख, सारे दा सारा जंगल साड़ के भी अग नहीं रजदी। महाराज कहते जो पावक ईंधन नहीं धरापै, इवें तृष्णा दी अग कदी नहीं रजदी, कदी नहीं रजदी। ये अग कदी रज सकती है? महाराज कहते नहीं, ये तो पर ये तो कदी भी नहीं बुझेगी, ये तो परां तो परां है। जे बुझनी है तो फिर गुरु नानक साहब महाराज कहते सुनो फिर, मन रे अहनिस हर गुण सार, रात दिन फिर गुरु दे शब्द नूं त्याग। रात दिन अहनिस दा मतलब रात दिन गुरु दे गुणां नूं चेते कर। निवण सो अखर खवण गुण, जिहवा मणियां मंत ए त्रै भैणे वेस कर, तां वस आवी कंत, जिन खिन पल नाम ना विसरै। पर गुरु नानक साहब कहते इहो जे जन विरले होंदे ने ਜਿਹੜੇ एक तिल वस्ते भी वाहिगुरू नूं कदी भुले होण। वो तो ये कहते एक घरी ना मिलते तां कलयुग होता, हुण कद मिलिया प्रिया तुद भगवंता मोहे रैण ना बिहावै, नींद ना आवे। मैं बिन गुर देखे नींद ना आवे, मेरे मन तन बेदन गुर बिरहा लगावे। ये बिरले ने संसार दे विच जिहड़े कहंदे है कि एक घड़ी ना मिलते तां कलयुग होता। जिहड़े कहंदे है एक घड़ी दिनस मुको बहुत दिहार है, मन ना रह कैसे मिलूं प्यारे। जिहड़े कहंदे है शाम सुंदर तज नींद क्यों आई, जिहड़े कहंदे सुपने आया भी गया मैं जल भरिया रोए। जिहड़े अंदर
ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਸਤੇ ਯਤਨਸ਼ੀਲ ਨੇ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਪਰ ਵਿਰਲੇ ਨੇ ਮਹਾਰਾਜ ਕਹਿੰਦੇ ਜਿਨ ਖਿਨ ਪਲ ਨਾਮ ਨਾ ਵੀਸਰੈ, ਤੇ ਜਨ ਵਿਰਲੇ ਸੰਸਾਰ। ਪਹਿਲਾ ਲਫ਼ਜ਼ ਤਿਲ ਵਰਤਿਆ ਕਿ ਇੱਕ ਤਿਲ ਪਿਆਰਾ ਵੀਸਰੈ। ਉਸ ਤਿਲ ਨੂੰ ਬਿਆਨ ਕਰਨ ਲਈ ਖਿਨ ਪਲ ਆਖਿਆ ਕਿ ਅੱਖ ਦਾ ਝਪਕਾਉਣਾ ਵੀ ਬਸ ਸਿਮਰਨ ਮੇਰੇ ਲਈ ਮਰਨਾ ਹੈ, ਆਤਮਕ ਮੌਤ ਹੈ। ਪਰ ਉਹ ਵਿਰਲੇ ਨੇ ਜਿਨ੍ਹਾਂ ਨੇ ਇੱਕ ਤਿਲ ਪ੍ਰਭੂ ਨੂੰ ਵਿਸਾਰਿਆ ਹੈ। ਰਹਾਓ ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ। ਹਿੰਸਾ ਹਉਮੈ ਗਤ ਗਏ, ਨਾਹੀ ਸਹਿਸਾ ਸੂਗ। ਚਾਰ ਅੱਗਾਂ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ। ਸਰੀਰ ਦੇ ਅੰਦਰ ਚਾਰ ਅੱਗਾਂ ਧਾਨਕ ਬਲ ਰਹੀਆਂ ਨੇ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਪਵਹਿ ਦੱਜਹਿ ਨਾਨਕਾ, ਤਰੀਐ ਕਰਮੀ ਲਗ। ਮਹਾਰਾਜ ਕਹਿੰਦੇ ਜਿਸ ਘਰ ਦੇ ਵਿੱਚ ਹੰਸ ਹਿੰਸਾ ਆ ਗਈ ਨਾ, ਹਿੰਸਾ ਤਿੰਨ ਤਰ੍ਹਾਂ ਦੀ ਹੈ। ਇੱਕ ਬੰਦਾ ਮਨ ਦੇ ਅੰਦਰ ਹੀ ਸੜਦਾ ਰਹਿੰਦਾ, ਕਿਸੇ ਦੇ ਬਾਬਤ ਬੁਰਾ ਸੋਚਦਾ ਰਹਿੰਦਾ। ਦੂਸਰੀ ਹਿੰਸਾ ਕੁਬੋਲ ਬੋਲ ਕੇ, ਤੇ ਤੀਸਰੀ ਹਿੰਸਾ ਕਿਸੇ ਦੇ ਉੱਤੇ ਸਰੀਰਕ ਰੂਪ ਤੇ ਨੁਕਸਾਨ ਪਹੁੰਚਾ ਕੇ। ਇਹ ਤਿੰਨ ਤਰ੍ਹਾਂ ਦੀਆਂ ਹਿੰਸਾ ਦਾ ਜ਼ਿਕਰ ਵਿਦਵਾਨ ਕਰਦੇ ਨੇ। ਤਿੰਨੋਂ ਹੀ ਮਾੜੀਆਂ। ਤੇ ਸਾਹਿਬ ਜੀ ਕਹਿੰਦੇ ਮਨ ਅੰਦਰੋਂ ਜਾੜੀ ਖਤਮ ਹੋ ਜਾਏ, ਹਿੰਸਾ ਪੈਦਾ ਹੀ ਨਾ ਹੋਏ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨੇ ਆਈ। ਜੋਤੀ ਜੋਤ ਮਿਲਾਈ, ਮਿਲਾਈ ਹੈ ਸੁਰਤੀ ਸੁਰਤ ਸੰਜੋਗ। ਸੁਰਤੀ ਸੁਰਤ ਸੰਜੋਗ ਦਾ ਮਤਲਬ ਕੀ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਸ ਬੰਦੇ ਬਾਰ-ਬਾਰ ਅਸੀਂ ਆਪਣੀ ਸੁਰਤ ਵਿੱਚ ਸੋਚਣ ਲੱਗ ਜਾਂਦੇ ਆ ਨਾ, ਅਸੀਂ ਉਸ ਬੰਦੇ ਵਰਗਾ ਬਣਨਾ ਸ਼ੁਰੂ ਹੋ ਜਾਂਦੇ ਹਾਂ। ਸੁਰਤ ਦੀ ਤਾਕਤ ਬੜੀ ਹੈ, ਸੋਚਣੀ ਦੀ ਤਾਕਤ ਬੜੀ ਹੈ। ਜਿਹਦੇ ਬਾਰੇ ਸੋਚਣ ਲੱਗ ਜਾਂਦੇ ਆ ਉਹਦੇ ਵਰਗੇ ਹੋ ਜਾਂਦੇ ਆ। ਤਾਈਓ ਜਿਨ੍ਹਾਂ ਦੇ ਦੁਸ਼ਮਣ ਹੁੰਦੇ ਨੇ ਉਹ ਮਿੱਤਰ ਨਾਲੋਂ ਦੁਸ਼ਮਣਾਂ ਵਰਗੇ ਜ਼ਿਆਦਾ ਹੋ ਜਾਂਦੇ ਨੇ। ਉਹਨਾਂ ਦਾ ਸੁਭਾਅ ਉਵੇਂ ਹੋ ਜਾਂਦਾ ਹੈ ਜਿਨ੍ਹਾਂ ਦਾ ਸੁਭਾਅ ਉਹਨਾਂ ਦੇ ਦੁਸ਼ਮਣਾਂ ਦਾ ਜਿਵੇਂ ਦਾ ਹੁੰਦਾ ਹੈ। ਕਿਉਂ? ਉਹਨਾਂ ਬਾਰੇ ਸੋਚਦੇ ਰਹਿੰਦੇ ਦਿਨ ਰਾਤ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੀ ਸੁਰਤ ਵਿੱਚ ਕਿਸੇ ਦੂਸਰੇ ਨੂੰ ਨਾ ਲੈ ਕੇ ਆ, ਆਪਣੀ ਸੁਰਤ ਵਿੱਚ ਗੁਰੂ ਨੂੰ ਲੈ ਕੇ ਆ। ਗੁਰੂ ਦੀ ਸੁਰਤ ਤੈਨੂੰ ਉਸ ਥਾਂ ਤੇ ਲੈ ਕੇ ਜਾਏਗੀ ਜਿਸ ਥਾਂ ਤੇ ਗੁਰੂ ਦੀਆਂ ਬਖਸ਼ਿਸ਼ਾਂ ਆਈਆਂ ਨੇ। ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ, ਉਹਨਾਂ ਅੰਤਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ। ਗੁਰੂ ਨਾਮ ਵਿੱਚੋਂ ਪ੍ਰਗਟ ਹੋਇਆ। ਤੇ ਜੇ ਗੁਰੂ ਦੀ ਸੁਰਤ ਵਿੱਚ ਆਪਣੀ ਸੁਰਤ ਜੋੜ ਦੇਂਗਾ ਤੇ ਸਿੱਖਾ ਤੇਰੀ ਸੁਰਤ ਵੀ ਨਾਮ ਤੱਕ ਪਹੁੰਚ ਜਾਏਗੀ। ਇਹਨੂੰ ਮਹਾਰਾਜ ਕਹਿੰਦੇ ਸੁਰਤੀ ਸੁਰਤ ਸੰਜੋਗ। ਜਦ ਤੇਰੀ ਸੁਰਤ ਦਾ ਸੰਜੋਗ ਦੂਸਰੇ ਦੀ ਸੁਰਤ ਨੂੰ ਤਿਆਗ ਕੇ ਤੇ ਦੂਜੀ ਲੱਗੀ ਹੈ। ਕੰਚਨ ਨਾਰੀ ਮੈਂ ਜੀਓ ਲੁਬਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ। ਹਰ ਪ੍ਰਭ ਚਿਤ ਨਾ ਆਵਈ, ਕਿਉਂ ਛੂਟਾ ਮੇਰਾ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਮੇਰੀ ਸੁਰਤ ਨੀਵੇਂ ਥਾਂ ਤੇ ਜੁੜੀ ਹੋਈ ਹੈ। ਪਰ ਸਤਿਗੁਰੂ ਜੀ ਨੇ ਰਾਜ ਮਾਨਣ ਤੋਂ ਮਨਾ ਨਹੀਂ ਕੀਤਾ। ਸਤਿਗੁਰੂ ਜੀ ਨੇ ਵੱਡੀਆਂ ਵੱਡੀਆਂ ਪਦਵੀਆਂ ਤੋਂ ਮਾਨਣ ਤੋਂ ਮਨਾ ਨਹੀਂ ਕੀਤਾ। ਸਾਰੇ ਤਰ੍ਹਾਂ ਦੇ ਸੁੱਖ ਲਓ, ਪਰ ਮਤ ਦੇਖ ਭੁੱਲਾਂ ਵਿਸਰੈ। ਪਰ ਕਿੱਥੇ ਉਹ ਨਾ ਵਿਸਰ ਜਾਏ, ਉਹਦਾ ਚੇਤਾ ਨਾ ਵਿਸਰ ਜਾਏ। ਗੁਰੂ ਦੀ ਸੁਰਤ ਵਿੱਚ ਸੁਰਤ ਜੋੜੋਗੇ ਤੇ ਫਿਰ ਮਹਾਰਾਜ ਕਹਿੰਦੇ ਜੋਤੀ ਜੋਤ ਮਿਲਾਈ ਹੈ। ਇਹਦੇ ਅਨਵੈ ਅਰਥ ਨੇ। ਗੁਰੂ ਦੀ ਸੁਰਤ ਵਿੱਚ ਸਿੱਖ ਦੀ ਸੁਰਤ ਜੁੜੇਗੀ, ਫਿਰ ਅੰਦਰ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲ ਜਾਏਗੀ। ਫਿਰ ਜੋਤ ਨਾਲ, ਪਹਿਲਾਂ ਜੋਤ ਨਾਲ ਜੋਤ ਨਹੀਂ ਮਿਲ ਸਕਦੀ, ਪਹਿਲਾਂ ਸੁਰਤ ਸ਼ਬਦ ਵਿੱਚ ਜੁੜੇਗੀ। ਗੁਰੂ ਸ਼ਬਦ ਹੈ। ਕੌਣ ਗੁਰੂ ਕਿਸਕਾ ਤੂੰ ਚੇਲਾ? ਜੇ ਸ਼ਬਦ ਪੁੱਛਿਆ ਸੀ ਨਾ ਪ੍ਰਸ਼ਨ, ਮਹਾਰਾਜ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਗੁਰੂ ਸ਼ਬਦ ਹੈ, ਸ਼ਬਦ ਵਿੱਚ ਸੁਰਤ ਜੁੜੇਗੀ। ਫਿਰ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਫਿਰ ਅੰਦਰ ਹਿੰਸਾ ਹਉਮੈ ਗਤ ਗਏ। ਗਤ ਦਾ ਮਤਲਬ ਹੁੰਦਾ ਚਲੇ ਜਾਣਾ। ਗਤ ਦਾ ਮਤਲਬ ਰਸਤਾ ਵੀ ਆਖਿਆ। ਗਤ ਦਾ ਮਤਲਬ ਹੁੰਦਾ ਦੂਰ ਹੋ ਜਾਣਾ। ਅੰਦਰੋਂ ਹਿੰਸਾ ਹਉਮੈ ਇਹ ਚਲੇ ਜਾਣਗੇ। ਮਹਾਰਾਜ ਕਹਿੰਦੇ ਨਾ ਹੀ ਸਹਿਸਾ ਸੋਗ। ਇਹ ਚਾਰ ਰੋਗ ਦੱਸੇ ਨੇ, ਹਉਮੈ, ਹਿੰਸਾ, ਸਹਿਸਾ ਤੇ ਸੋਗ। ਇਹ ਚਾਰ ਰੋਗਾਂ ਦੀ ਅੱਗ ਮਨ ਨੂੰ ਸਾੜ ਰਹੀ ਹੈ।
ਸਹਿਮ ਸਭ ਦੇ ਅੰਦਰ ਹੈ, ਮੌਤ ਦਾ ਡਰ ਸਭ ਦੇ ਅੰਦਰ ਹੈ, ਹਰ ਤਰੀਕੇ ਦਾ ਸਹਿਮ ਚਿੰਤਾ ਹੈ। ਪਰ ਮਹਾਰਾਜ ਕਹਿੰਦੇ ਚਿੰਤਾ ਦੀ ਜਗ੍ਹਾ ਚਿੰਤਨ ਕਰੋ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਦੁੱਖ ਸੁੱਖ ਉਹਨੂੰ ਸੌਂਪੋ। ਤੇ ਸੋਗ ਜਿੰਨੇ ਦੁੱਖਾਂ ਸੁੱਖਾਂ ਵਿੱਚੋਂ ਪੈਦਾ ਹੋਏ ਸਾਡੇ ਅੰਦਰ ਦੇ ਵਿਕਾਰ, ਉਹਨੂੰ ਸੋਗ ਆਖਿਆ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਗੁਰੂ ਸਾਹਿਬ ਐਸਾ ਸੰਜੋਗ ਬਣਾਉਂਦੇ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਸੱਚੇ ਗੁਰੂ ਵਾਹਿਗੁਰੂ ਜੀ ਦੇ ਨਾਲ ਸੰਜੋਗ ਬਣਾਉਣ ਵਾਲੇ ਨੇ। ਤੇ ਜਿਸ ਵੇਲੇ ਗੁਰਮੁਖ ਦਾ ਮਤਲਬ ਹੈ ਗੁਰੂ ਦੇ ਸਨਮੁਖ ਕੋਈ ਆਏ, ਗੁਰੂ ਰਾਹੀਂ ਜਿਸ ਦੇ ਹਿਰਦੇ ਵਿੱਚ ਨਾਮ ਵਸੇਗਾ। ਮਹਾਰਾਜ ਕਹਿੰਦੇ ਤਿਸ ਮੇਲੇ ਗੁਰ ਸੰਜੋਗ। ਗੁਰ ਦੇ ਰਾਰੇ ਨੂੰ ਔਂਕੜ ਹੈ, ਗੁਰੂ ਸਾਹਿਬ ਉਹਨੂੰ ਪ੍ਰਭੂ ਦੇ ਨਾਲ ਮਿਲਾ ਦੇਣਗੇ ਜੀ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ, ਤਿਸਿਉ ਨੇਹ ਨਾ ਕੀਜਈ ਜੋ ਦੀਸੈ ਚੱਲਣ ਹਾਰ। ਫਿਰ ਸਤਿਗੁਰੂ ਜੀ ਤੀਜੇ ਪਦੇ ਵਿੱਚ ਕਹਿੰਦੇ ਆਓ ਮੈਂ ਅੱਗ ਦਾ ਵਿਸਥਾਰ ਜਿਹੜੇ ਮਨ ਦੇ ਅੰਦਰ ਹੁੰਦਾ ਹੈ ਨਾ ਤ੍ਰਿਸ਼ਨਾ ਦਾ, ਉਹਨੂੰ ਬਚਾਉਣ ਦੀ ਹੋਰ ਜੁਗਤ ਦੱਸਾਂ। ਇੱਕ ਜਿਹੜਾ ਸੰਸਾਰ ਦੇ ਵਿੱਚ ਬਿਨਸਨਹਾਰ ਹੈ ਨਾ, ਜਿਹੜਾ ਚਲਾ ਜਾਏਗਾ, ਉਹਨੂੰ ਸੁਰਤ ਵਿੱਚ ਨਾ ਆਣ ਦੇ। ਤੇ ਜਿਹੜਾ ਸਦਾ ਰਹਿਣ ਵਾਲਾ ਹੈ ਉਹਨੂੰ ਕਦੀ ਸੁਰਤ ਵਿੱਚੋਂ ਵਿਸਰਨ ਨਾ ਦੇ। ਬੜੀ ਪਿਆਰੀ ਜੁਗਤ ਹੈ। ਜਿਹਨੇ ਖਤਮ ਹੋ ਜਾਣਾ ਇੱਥੋਂ ਸਭ ਕੁਝ ਜਾਏਗਾ। ਜਿਸ ਜਿਹੜਾ ਖਤਮ ਹੋਣ ਵਾਲਾ ਉਹਦੇ ਵਿੱਚ ਸਾਡਾ ਮਨ ਲੱਗਿਆ। ਅਸੀਂ ਕਹਿੰਦੇ ਹਾਂ ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਓ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਜਿਹੜਾ ਰਹਿਣ ਵਾਲਾ ਉਹ ਪਰਾਇਆ ਹੋ ਗਿਆ, ਰਮਿਆ ਹੋਇਆ ਵਾਹਿਗੁਰੂ। ਤੇ ਜਿਹੜਾ ਖਿੰਨ ਵਿੱਚ ਖਤਮ ਹੋ ਜਾਏਗਾ, ਇਹ ਕੁਟੰਬ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਨਾ, ਇਹ ਤੁਸੀਂ ਦੇਖ ਰਹੇ ਹੋ, ਇਹ ਜਿਹੜਾ ਪਰਿਵਾਰ ਹੈ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ। ਚਿੱਤ ਉਹਦੇ ਨਾਲ ਲਾ ਜਿਹੜਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਥ ਸਾਥ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਿਹੜੇ ਇੱਥੇ ਵੀ ਨਾਲ ਤੇ ਉੱਥੇ ਵੀ, ਉਸ ਪ੍ਰਭੂ ਦੀ ਦਰਗਾਹ ਵਿੱਚ ਵੀ ਨਾਲ। ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਕਾਇਆ ਕਾਮਣ ਜੇ ਕਰੀ, ਜਿਸ ਤਰ੍ਹਾਂ ਇੱਕ ਜੀਵ ਇਸਤਰੀ ਆਪਣੇ ਪਤੀ ਨੂੰ ਸਮਰਪਿਤ ਹੋ ਜਾਂਦੀ ਹੈ, ਉਹ ਕਹਿੰਦੀ ਹੈ ਗੁਰੂ ਦਾ ਹੁਕਮ ਹੈ ਢੂੰਡੇ ਦੀਏ ਸੁਹਾਗ ਕੂ, ਤਉ ਤਨ ਕਾਈ ਕੋਰ, ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਸੁਹਾਗਣ ਦਾ ਚਿੰਨ੍ਹ ਇਹ ਹੈ ਕਿ ਆਪਣੇ ਖਸਮ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਤੱਕਦੀ, ਉਹਨੂੰ ਸਮਰਪਿਤ ਹੁੰਦੀ ਹੈ। ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ। ਉਹਦੇ ਅੰਦਰ ਇੱਕੋ ਇੱਕ ਆਪਣੇ ਪਤੀ ਖਸਮ ਦੀ ਯਾਦ ਤੇ ਚੇਤਾ ਸਮਰਪਣ ਹੁੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖ ਇੱਕ ਜੀਵ ਇਸਤਰੀ ਤੋਂ ਜਿਵੇਂ ਉਹ ਆਪਣੇ ਪਤੀ ਨੂੰ ਸਮਰਪਿਤ ਹੈ, ਇੱਕ ਸੁਲੱਖਣੀ ਸੁਹਾਗਣ ਜੀਵ ਇਸਤਰੀ, ਉਵੇਂ ਤੂੰ ਕਾਇਆ ਕਾਮਣ ਜੇ ਕਰੀ, ਆਪਣੀ ਸਰੀਰ ਕਾਇਆ ਨੂੰ ਇਸਤਰੀ ਬਣਾ, ਆਪਣੇ ਵਾਹਿਗੁਰੂ ਨੂੰ ਖਸਮ ਬਣਾ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ, ਤੇ ਉਹਨੂੰ ਧਿਆਈ ਜਾ, ਜਪੀ ਜਾਈਏ। ਗੁਰੂ ਹਰ ਰਾਏ ਸਾਹਿਬ ਨੂੰ ਪੁੱਛਿਆ ਸੀ ਮਹਾਰਾਜ ਬਾਣੀ ਪੜ੍ਹਨੀ ਛੱਡਤੀ। ਮਹਾਰਾਜ ਕਹਿੰਦੇ ਪੜ੍ਹਨਾ ਨਾ ਛੱਡਿਓ, ਮੁਖ ਤੋਂ ਅਲਾਈ ਜਾਇਓ, ਬੋਲੀ ਜਾਇਓ। ਤ੍ਰਿਸ਼ਨਾ ਧਾਨਕ ਹੈ। ਠੀਕ ਹੈ, ਸਾਡੇ ਬੋਲਿਆਂ ਸਾਡਾ ਕੁਝ ਨਹੀਂ ਸਬਰ ਸਕਦਾ, ਮਨ ਸਾਡਾ ਮੈਲਾ ਹੈ, ਪਰ ਘੱਟੋ ਘੱਟ ਉਸ ਵਾਹਿਗੁਰੂ ਨੂੰ ਤੇ ਤਰਸ ਆਏਗਾ ਕਿ ਇਹ ਜਪੀ ਤੇ ਜਾ ਰਿਹਾ, ਇਹ ਜਪ ਤੇ ਰਿਹਾ। ਜੇ ਕੋ ਡੂਬੈ ਫਿਰ ਹੋਵੈ ਸਾਰ। ਜਪੀ ਜਾਇਓ, ਕਹੀ ਜਾਇਓ ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਬਨ ਵਡਾਈ। ਏਤੇ ਕੂਕਰ ਹੋਂ ਬੈਗਾਨਾ, ਭੌਕਾ ਇਸ ਤਨ ਤਾਈ। ਮੈਂ ਤੇ ਭੌਕਾਂਗਾ, ਮੈਂ ਤੇ ਆਖਾਂਗਾ, ਮੈਂ ਤੇ ਜਪਾਂਗਾ। ਭਗਤ ਹੀਣ ਨਾਨਕ ਜੇ ਹੋਏਗਾ, ਭਾਵੇਂ ਮੈਂ ਭਗਤੀ ਤੋਂ ਹੀਣ, ਤੋ ਖਸਮੈ ਨਾਉ ਨਾ ਜਾਏ। ਤੇਰੀ ਵਡਿਆਈ ਵੱਡੀ ਹੈ ਵਾਹਿਗੁਰੂ, ਤੇਰਾ ਬਿਰਦ ਵੱਡਾ ਹੈ, ਤੂੰ ਫਿਰ ਵੀ ਬਖਸ਼ ਦੇਣਾ ਹੈ। ਉਹਨੂੰ ਜਪਿਓ। ਮਾਰੇ ਕਹਿੰਦੇ ਤਿਸਿਉ ਨੇਹ ਨਾ ਕੀਜਈ, ਪਰ ਉਹਦੇ ਨਾਲ ਨੇਹ ਨਹੀਂ ਕਰਨਾ ਜੋ ਦੀਸੈ ਚੱਲਣ ਹਾਰ, ਜਿਹੜਾ ਬਿਨਸ ਜਾਏਗਾ, ਜਿਹੜਾ ਅਲਪ ਸੁਖ ਹੈ, ਥੋੜੇ ਚਿਰ ਵਿੱਚ ਬਿਨਸਣ ਵਾਲਾ। ਗੁਰਮੁਖ ਰਵਹਿ ਸੁਹਾਗਣੀ,
ਸੋ ਪ੍ਰਭ ਸੇਜ ਪਤਾਰ। ਰਵਹਿ ਦਾ ਮਤਲਬ ਕੀ ਹੈ? ਮਾਨਣਾ। ਦੇਖ ਗੁਰੂ ਕੇ ਸਿੱਖਾ, ਗੁਰੂ ਕੋਲ ਆ ਤੇ ਕਿਵੇਂ ਪ੍ਰਭੂ ਦੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ। ਅੱਜ ਤੱਕ ਤੂੰ ਆਨੰਦ ਨਹੀਂ ਮਾਣਿਆ, ਅੱਜ ਤੱਕ ਤੂੰ ਚਿੰਤਾ ਤੇ ਸੋਗ ਵਿੱਚ ਰਹੀ, ਡਰ ਵਿੱਚ ਰਹੀ, ਤੇ ਗੁਰੂ ਕੋਲ ਆ ਕੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸਭ ਵਿਸਰ ਗਏ। ਗੁਰਮੁਖ ਰਵਹਿ ਸੁਹਾਗਣੀ। ਗੁਰੂ ਦੇ ਰਾਹੀਂ ਸੁਹਾਗਣੀ ਜੀਵ ਇਸਤਰੀ ਮਾਣਦੀ ਹੈ ਪ੍ਰਭੂ ਦਾ ਮਿਲਾਪ। ਸੋ ਪ੍ਰਭ ਸੇਜ ਪਤਾਰ। ਉਹ ਵਾਹਿਗੁਰੂ ਆਪ ਹੀ ਸੇਜ ਵਾਲਾ ਹੈ ਤੇ ਆਪ ਹੀ ਹਿਰਦੇ ਰੂਪੀ ਸੇਜ ਤੇ ਆਉਣ ਵਾਲਾ ਹੈ। ਇਹ ਉਹ ਆਪ ਹੀ ਕਰਨ ਵਾਲਾ ਹੈ, ਉਹ ਸਭ ਕੁਝ ਕਰਨ ਵਾਲਾ ਆਪ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ। ਕਿਉਂ? ਉਹ ਆਪ ਹੀ ਹੈ। ਆਪੇ ਹੋਵੈ ਚੋਲੜਾ, ਆਪੇ ਸੇਜ ਪਤਾਰ। ਰੰਗ ਰਤਾ ਮੇਰਾ ਸਾਹਿਬ, ਸਰਬ ਰਿਹਾ ਭਰਪੂਰ। ਉਹ ਸਭ ਦੀ ਜਾਣਨ ਵਾਲਾ। ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ। ਇਹ ਅਗਨ ਬੜੀ ਤਰ੍ਹਾਂ ਦੀਆਂ ਨੇ। ਹੰਸ ਹਿੰਸਾ ਦੀ, ਹੇਤ ਮੋਹ ਦੀ, ਲੋਭ ਅੰਦਰ ਦੀ ਤ੍ਰਿਸ਼ਨਾ ਦੀ, ਕੋਪ ਤੇ ਕ੍ਰੋਧ ਦੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਤੇ ਇਸੀ ਸ਼ਬਦ ਵਿੱਚ ਮਹਾਰਾਜ ਜੀ ਨੇ ਚਾਰ ਅੱਗਾਂ ਦਸੀਆਂ ਨੇ। ਹਿੰਸਾ ਹਉਮੈ, ਸਹਿਸਾ ਤੇ ਸੋਗ। ਇਹ ਹਉਮੈ, ਇਹ ਤ੍ਰਿਸ਼ਨਾ, ਅਸੀਂ ਕਹੀਏ ਨਹੀਂ ਜੀ ਅਸੀਂ ਤੇ ਸਾਧ ਹੋ ਗਏ ਹਾਂ, ਰਸਾਂ ਕਸਾਂ ਨੂੰ ਸਾਨੂੰ ਨਹੀਂ ਕੁਝ ਕਹਿ ਸਕਦੇ, ਅਸੀਂ ਤੇ ਤ੍ਰਿਸ਼ਨਾ ਦੁਨੀਆ ਦੀ ਚਕਾਚੌਂਧ ਨੂੰ ਛੱਡ ਦਿੱਤਾ। ਪਰ ਇਹ ਤ੍ਰਿਸ਼ਨਾ ਬੜੀ ਡਾਢੀ ਹੈ। ਜ਼ੁਬਾਨ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹਦੀ ਅੱਗ ਨਹੀਂ ਬੁਝਦੀ ਪਹਿਲਾਂ ਤੇ, ਜਿਹੜੇ ਸਾਰੇ ਰਸਾਂ ਦੀ ਬੱਜੀ ਹੋਈ ਹੈ। ਕਿਵੇਂ ਦਾਵਾ ਕਰ ਸਕਦੇ? ਇੱਕ ਸ਼ੇਖ ਨੇ ਇੱਕ ਸਾਧ ਨੂੰ, ਬੰਦਗੀ ਕਰਨ ਵਾਲੇ ਨੂੰ ਆਪਣੇ ਘਰ ਸੱਦਿਆ, ਬੜੀ ਅਪਰੋਚ ਲਾ ਕੇ। ਵੱਡਾ ਸੀ ਸਾਧ, ਬੜਾ ਖੁਸ਼ ਹੋਇਆ। ਉਹਨੇ ਆਪਣੀ ਨੌਕਰਾਣੀ ਨੂੰ ਕਿਹਾ ਤੂੰ ਬਹੁਤ ਚੰਗਾ ਭੋਜਨ ਬਣਾਉਂਦੀ ਹੈ, ਕੱਲ੍ਹ ਨੂੰ ਇਹ ਸਾਧ ਆਏਗਾ ਦਸਤਗੀਰ, ਉਹਦੇ ਲਈ ਚੰਗਾ ਭੋਜਨ ਧਿਆਨ ਨਾਲ ਬਣਾਈ। ਤੇ ਉਹ ਨੌਕਰਾਣੀ ਵੀ ਅੱਗੋਂ ਬੰਦਗੀ ਇਬਾਦਤ ਕਰਨ ਵਾਲੀ ਸੀ, ਉਹ ਵੀ ਪੜ੍ਹਨ ਵਾਲੀ, ਨਮਾਜ਼ ਪੜ੍ਹਨ ਵਾਲੀ, ਰੱਬ ਦੇ ਨਾਮ ਵਿੱਚ ਰੰਗੀਚੀ ਹੋਈ ਸੀ। ਉਹਨੇ ਸ਼ੇਖ ਨੂੰ ਕਿਹਾ ਜੀ ਠੀਕ ਹੈ। ਫਿਰ ਸ਼ੇਖ ਨੇ ਕਿਹਾ ਪੁੱਤਰੀ ਧਿਆਨ ਰੱਖੀ, ਕੱਲ੍ਹ ਨੂੰ ਸਾਧ ਨਹੀਂ ਆਉਣਾ। ਦਿਨ ਚੜ੍ਹਿਆ, ਸ਼ੇਖ ਸਾਧ ਨੂੰ ਲੈ ਕੇ ਆਇਆ। ਨੌਕਰਾਣੀ ਨੇ ਖਾਣਾ ਬਣਾਇਆ ਤੇ ਖਾਣਾ ਪਰੋਸਿਆ। ਹਜੇ ਇੱਕ ਨਿਵਾਲਾ ਸਾਧ ਨੇ ਅੰਦਰ ਪਾਉਣਾ ਸੀ, ਨਿਵਾਲਾ ਪਾਇਆ, ਅੰਦਰ ਲੈ ਕੇ ਜਾਣ ਲੱਗਾ ਤੇ ਕਹਿੰਦਾ ਸ਼ੇਖ ਜੀ ਇਹ ਭੋਜਨ ਕਿਹਨੇ ਬਣਾਇਆ? ਤੇ ਸ਼ੇਖ ਕਹਿੰਦਾ ਜੀ ਮੇਰੀ ਨੌਕਰਾਣੀ ਨੇ ਬਣਾਇਆ, ਬੜਾ ਚੰਗਾ ਬਣਾਉਂਦੀ ਹੈ। ਕਹਿੰਦੇ ਕਾਹਦਾ ਚੰਗਾ ਬਣਾਉਂਦੀ ਹੈ? ਇਹ ਤੇ ਅਲੂਣਾ ਹੈ। ਇਹ ਲਫ਼ਜ਼ ਦੋਨੋਂ ਬੜੇ ਪਿਆਰੇ ਨੇ, ਸਲੂਣਾ ਤੇ ਅਲੂਣਾ। ਸਾਡੇ ਬਜ਼ੁਰਗ ਜਿਹੜੇ ਪਾਕਿਸਤਾਨ ਤੋਂ ਆਏ, ਪੁਰਾਣੇ ਸਮੇਂ ਦੇ ਵਿੱਚ ਸਲੂਣਾ ਹੀ ਆਖਦੇ ਸਨ, ਨਮਕੀਨ ਚੀਜ਼। ਘਰ ਦੇ ਵਿੱਚ ਇਹ ਕਹਿੰਦੇ ਸੀ ਸਲੂਣਾ ਕੀ ਬਣਿਆ ਅੱਜ? ਅਲੂਣਾ ਦਾ ਮਤਲਬ ਇਹਦੇ ਵਿੱਚ ਲੂਣ ਹੀ ਨਹੀਂ, ਇਹਦੇ ਵਿੱਚ ਮਸਾਲੇ ਨਹੀਂ, ਇਹ ਤੇ ਫਿੱਕੀ ਹੈ। ਕਿਹਨੇ ਬਣਾਈ? ਹੁਣ ਸ਼ੇਖ ਨੂੰ ਬੇਇੱਜ਼ਤੀ ਮਹਿਸੂਸ ਹੋਈ। ਉਹਨੇ ਨੌਕਰਾਣੀ ਨੂੰ ਸੱਦ ਕੇ ਆਖ ਦਿੱਤਾ ਰੋਜ਼ ਚੰਗੀ ਭਲੀ ਤੂੰ ਸਬਜ਼ੀ ਬਣਾਉਂਦੀ ਆ, ਅੱਜ ਤੂੰ ਕਿਆ ਸੀ ਚੰਗਾ ਬਣਾਈ, ਇਹ ਕੀ ਬਣਾਇਆ? ਸਾਧ ਜੀ ਕਹਿੰਦੇ ਤੇ ਅਲੂਣਾ ਹੈ। ਤੇ ਅੱਗੋਂ ਨੌਕਰਾਣੀ ਕਹਿੰਦੀ ਸ਼ੇਖ ਜੀ ਤੁਸਾਂ ਨੇ ਕਿਹਾ ਸੀ ਕਿ ਸਾਧ ਲਈ ਬਣਾਉਣੀ ਹੈ, ਤੁਸਾਂ ਨੇ ਇਹ ਥੋੜ੍ਹੀ ਕਿਹਾ ਕਿ ਕਿਸੇ ਰਸ ਰਸੋਲੇ ਲਈ ਬਣਾਉਣੀ ਹੈ, ਕਿਸੇ ਚਟਕੋਰੇ ਬੰਦੇ ਲਈ ਬਣਾਉਣੀ ਹੈ, ਕਿਸੇ ਤ੍ਰਿਸ਼ਨਾ ਦੇ ਅੱਡੇ ਮਨੁੱਖ ਲਈ ਬਣਾਉਣੀ ਹੈ। ਤੁਸਾਂ ਕਿਹਾ ਸੀ ਸਾਧ ਲਈ ਬਣਾਉਣੀ ਹੈ ਤੇ ਮੈਂ ਸਾਧ ਲਈ ਬਿਲਕੁਲ ਸਾਧਵਿਕ ਭੋਜਨ ਬਣਾਇਆ। ਮੈਂ ਤੇ ਲੂਣ ਵੀ ਨਹੀਂ ਪਾਇਆ। ਜੇ ਮੈਨੂੰ ਪਤਾ ਹੁੰਦਾ ਕੋਈ ਰਸ ਰਸੋਲਾ ਆਇਆ ਹੁੰਦਾ ਤੇ ਮੈਂ ਪਾ ਦਿੰਦੀ ਸਾਰੇ ਮਸਾਲੇ। ਮਹਾਰਾਜ ਕਹਿੰਦੇ ਇਹ ਰਸ ਕਿਵੇਂ ਬਚੇ ਜਾ ਸਕਦੇ? ਅੱਛਾ, ਇਹਦਾ ਜ਼ਿਕਰ, ਖਾਣ ਪੀਣ ਦਾ ਜ਼ਿਕਰ ਬਾਣੀ 'ਚ ਪੂਰਾ ਹੈ। ਜੇ ਮਹਾਰਾਜ ਜੀ ਦਾ ਸ਼ਬਦ ਸ੍ਰੀ ਰਾਗ ਦਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਪਰ ਇਸ ਤੋਂ ਪਹਿਲਾਂ ਸੁਣੋ ਸਾਰਾ ਸ਼ਬਦ ਕੀ ਮਹਾਰਾਜ ਕਹਿੰਦੇ। ਸਭ ਰਸ ਮਿੱਠਾ ਮੰਨਿਆ, ਸੁਣਿਆ ਸਾ ਲੂਣੇ, ਖੱਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਅੱਜ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਤੇ ਬੰਦਾ ਮਿਠਾਈ ਦਾ ਡੱਬਾ ਲੈ ਕੇ ਜਾਂਦਾ ਹੈ। ਉਹ ਦੁਨੀਆ ਦੇ ਬੰਦਾ ਛੱਡ, ਬਾਹਰ ਦਾ ਮਿੱਠਾ ਖਾ ਕੇ ਰੋਗੀ ਹੋਏਗਾ, ਤੂੰ ਗੁਰੂ ਦੇ ਸ਼ਬਦ ਦਾ ਮਿੱਠਾ। ਕਹਿੰਦੇ ਗੁਰੂ ਦਾ ਸ਼ਬਦ ਵੀ ਮਿੱਠਾ ਹੁੰਦਾ ਹੈ? ਕਹਿੰਦੇ ਹਾਂ, ਮੀਠਾ ਲੱਗਾ ਤੇਰਾ ਭਾਣਾ, ਉਹਦੀ ਗੱਲ ਮੰਨਣੀ ਸਭ ਤੋਂ ਮਿੱਠੀ ਹੈ। ਸਭ ਰਸ ਮਿੱਠਾ ਮੰਨਿਆ, ਉਹਦੇ ਹੁਕਮ ਨੂੰ ਮੰਨ, ਸਾਰੇ ਮਿੱਠੇ ਭੋਜਨ ਦਾ ਸਵਾਦ ਤੈਨੂੰ ਆਏਗਾ। ਸੁਣਿਆ ਸਾਲ ਹੋਣੇ, ਜੇ ਕਦੀ ਨਮਕੀਨ ਖਾਣ ਦਾ ਤੇਰਾ ਮਨ ਕਰੇ
ਅੱਖਾਂ ਬੰਦ ਕਰਕੇ ਧਿਆਨ ਵਿੱਚ ਗੁਰੂ ਦੀ ਬਾਣੀ ਸੁਣ ਲਈ। ਧਿਆਨ ਨਾਲ ਬਾਣੀ ਸੁਣੀ, ਤੇਰੇ ਅੰਦਰੋਂ ਤ੍ਰਿਸ਼ਨਾ ਮਰੇਗੀ, ਸਾਹ ਲਾਉਣੇ ਸਾਰੇ ਲੂਣ ਵਾਲੇ ਪਦਾਰਥਾਂ ਦਾ ਸਵਾਦ ਗੁਰੂ ਨਾਨਕ ਸਾਹਿਬ ਕਹਿੰਦੇ ਮਿਲਣੇ। ਖੱਟ ਤੁਰਸੀ ਮੁਖ ਬੋਲਣਾ, ਜੇ ਖੱਟੇ ਸਵਾਦ ਲੈਣੇ ਆ ਫਿਰ ਮਹਾਰਾਜ ਕਹਿੰਦੇ ਮੁਖ ਤੋਂ ਬਾਣੀ ਪੜਿਆ ਕਰ, ਉਚਾਰ ਕੇ ਬੋਲਿਆ ਕਰ। ਤੇ ਫਿਰ ਜੇ ਸਾਰੇ ਪ੍ਰਕਾਰ ਦੇ ਮਸਾਲਿਆਂ ਦੇ ਭੋਜਨ ਖਾਣ ਦੀ ਭੁੱਖ ਹੈ, ਫਿਰ ਮਾਰਨ ਨਾਦ ਕੀਏ, ਫਿਰ ਬਾਜਾ ਫੜ ਤੇ ਗੁਰੂ ਦੇ ਸ਼ਬਦ ਵਿੱਚ ਆਪਣੀ ਆਵਾਜ਼ ਨੂੰ ਉਚਾਰ, ਆਪਣੇ ਆਪ ਨੂੰ ਸ਼ਬਦ ਵਿੱਚ ਲਾ ਦੇ। ਫਿਰ ਕੀਰਤਨ ਕਰ ਗੁਰੂ ਦਾ, ਤੈਨੂੰ ਸਾਰੇ ਰਸ ਮਿਲਣਗੇ। ਨਹੀਂ ਤੇ ਇਹ ਮਨ ਦੀ ਤ੍ਰਿਸ਼ਨਾ ਹੈ ਨਾ, ਇਹ ਤੈਨੂੰ ਕਿਸੇ ਕਾਸ ਜੋਗੀ ਨਹੀਂ ਛੱਡੇਗੀ। ਸਤਿਗੁਰੂ ਜੀ ਇਹ ਕਹਿੰਦੇ ਚਾਰੇ ਅਗਨ ਨਿਵਾਰ ਮਨ। ਇਹ ਅਗਨ ਦੇ ਬੜੇ ਹਿੱਸੇ ਨੇ, ਇਹ ਬੜੀ ਪਰਾਂ ਤੋਂ ਪਰਾਂ ਅਗਨ ਹੈ। ਮਹਾਰਾਜ ਜੀ ਦਾ ਬਚਨ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋ ਰੇ। ਮਨ ਕਦੀ ਨਹੀਂ ਰਜਦਾ ਕਿ ਬਸ ਹੁਣ ਬਹੁਤ ਹੋ ਗਿਆ, ਨਹੀਂ। ਇਹ ਤੇ ਜੰਗਲ ਦੀ ਅੱਗ ਹੈ, ਇਹ ਨਹੀਂ ਬੁਝਦੀ। ਪਰ ਹੀ ਕੋ ਲੁਝੀ ਹੈ, ਇਹ ਤੇ ਪਰਾਂ ਪਰਾਂ ਦੀ ਸੋਚਦੀ ਹੈ। ਨੀਡਸ ਫੁਲਫਿਲ ਹੋ ਸਕਦੀਆਂ, ਡਿਜ਼ਾਇਰਸ ਨਹੀਂ ਹੋ ਸਕਦੀਆਂ। ਪਰ ਸਤਿਗੁਰੂ ਜੀ ਕਹਿੰਦੇ ਕੋਈ ਨਹੀਂ, ਤੂੰ ਸਭ ਕੁਛ ਮਾਣ, ਮੋਤੀ ਤਾਂ ਮੰਦਰ ਉਸਰੈ, ਪਰ ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੀ। ਇਹ ਸਮਝ ਲਈ ਕਿੱਥੇ ਤੈਨੂੰ ਤ੍ਰਿਸ਼ਨਾ ਦਾ ਰੋਗ ਨਾ ਚਿੰਬੜ ਜਾਏ। ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ। ਇਹ ਵਾਲਾ ਜਲ ਜਿਹੜਾ ਹੈ ਨਾ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ। ਨਾਨਕ ਦਾਸ ਉਨ ਸੰਗ ਲਪਟਾਇਓ, ਜੋ ਬੂੰਦੇ ਚਾਤ੍ਰਿਕ ਮੌਲਾ। ਇਹ ਰਸ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਇਹ ਨਾਮ ਦਾ ਰਸ ਜਿਸ ਦਿਨ ਆਨ ਰਸਾ ਜੇਤੇ ਤੈ ਚੱਖ ਹੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ ਹੈ। ਹਰ ਰਸ ਕਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹਿ ਬਿਸਮਾਦ। ਬਿਸਮ ਬਿਸਮਾਦ ਪੈਦਾ ਹੋਏਗਾ। ਇਹ ਜਿਸ ਵੇਲੇ ਇਹ ਰਸ ਅੰਦਰ ਆ ਗਿਆ, ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਗਾਏ। ਕਮਲ ਦਾ ਫੁੱਲ ਜਦ ਮੁਰਝਾਇਆ ਹੁੰਦਾ, ਖਿੜਿਆ ਨਹੀਂ ਹੁੰਦਾ, ਉਹਦੀ ਡੋਡੀ ਚਿੱਕੜ ਵੱਲ ਹੁੰਦੀ ਹੈ, ਉਹਦਾ ਮੂੰਹ ਨੀਵਾਂ ਹੁੰਦਾ। ਤੇ ਜਿਸ ਵੇਲੇ ਪ੍ਰਗਾਸ ਖਿੜਦਾ ਹੈ ਨਾ, ਉਹਦੀ ਡੰਡੀ ਐ ਸਿੱਧੀ ਹੁੰਦੀ ਹੈ ਤੇ ਮੂੰਹ ਖਿੜ ਜਾਂਦਾ। ਹਜੇ ਜਿਹੜਾ ਮਨ ਹੈ ਨਾ, ਮਾਇਆ ਦੇ ਚਿੱਕੜ ਵੱਲ ਹੈ, ਹਜੇ ਤ੍ਰਿਸ਼ਨਾ ਵੱਲ ਹੈ, ਲੋਭ ਵੱਲ ਹੈ, ਸੁਰਤ ਗਿਰੀ ਹੋਈ ਹੈ। ਜਿਸ ਦਿਨ ਗੁਰੂ ਦਾ ਸ਼ਬਦ ਆਪ ਜਪਾਏ ਜਪੈ ਸੁਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਵਸੈ, ਵਿੱਚੋਂ ਲੈ ਰਿਹਾ ਮੈਂ, ਪ੍ਰਭ ਸੁਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਇਹ ਅੰਦਰ ਕਬਲ ਖਿੜੇਗਾ, ਇਹ ਕਿਰਪਾ ਹੋਏਗੀ। ਗਿਆਨ ਦਾ ਕਬਲ ਖਿੜਨਾ, ਪ੍ਰਗਾਸ ਹੋਣਾ, ਖਿੜ ਜਾਣਾ, ਗੁਰੂ ਵੱਲ ਮੁਖ ਹੋ ਜਾਣਾ। ਅੰਮ੍ਰਿਤ ਭਰਿਆ ਅਗਾਏ। ਅਗਾਏ ਕਹਿੰਦੇ ਰਜ। ਬਿਨਾ ਸੰਤੋਖ ਨਹੀਂ ਕੋ ਰਾਜੈ। ਸੰਤੋਖ ਆ ਜਾਏਗਾ, ਰਜ ਆ ਜਾਏਗਾ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵਹਿ ਦਰਗਾਹ ਜਾਏ। ਨਾਨਕ ਸਤਿਗੁਰੂ ਧੰਨ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜੇ ਮੀਤ ਕਰਨਾ ਹੈ ਫਿਰ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹੋਂ ਰਹਿ ਨਾ ਸਕਾਂ ਬਿਨ ਦੇਖੈ ਮੇਰੀ ਮਾਈ। ਸਤਿਗੁਰੂ ਨੂੰ ਮੀਤ ਮਰਾ। ਗੁਰੂ ਪਾਤਸ਼ਾਹ ਜੀ ਦਾ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀਆ। ਨਾਨਕ ਸਤਿਗੁਰ ਮੀਤ ਕਰ, ਸਤਿਗੁਰ ਨੂੰ ਮਿੱਤਰ ਬਣਾ। ਸੱਚ ਪਾਵਹਿ ਦਰਗਾਹ ਜਾਏ। ਐਸੀ ਅਵਸਥਾ ਸੱਚ ਦੀ ਹਿਰਦੇ ਵਿੱਚ ਵਸੇਗੀ ਕਿ ਸੱਚੀ ਦਰਗਾਹ ਦੇ ਵਿੱਚ ਤੇਰੀ ਪੈਜ ਰੱਖੀ ਜਾਏਗੀ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਆਪ ਜੀ ਨੇ ਪ੍ਰਕਾਸ਼ ਦਿਹਾੜਾ ਬਣਾਇਆ। ਸਤਿਗੁਰੂ ਜੀ 2 ਸਾਲ 5 ਮਹੀਨੇ ਤੇ 26 ਦਿਨ ਗੁਰਤਾ ਗੱਦੀ ਦੇ ਮਾਲਕ ਰਹੇ ਨੇ, ਸਿਰਫ 2.5 ਸਾਲ। ਤੇ ਇੰਨੇ ਸਮੇਂ ਦੇ ਵਿੱਚ ਇੰਨੇ ਵੱਡੇ ਕਾਰਜ ਕਰਤੇ ਜਿਨ੍ਹਾਂ ਕਾਰਜਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸੈਂਕੜੇ ਸਾਲ ਵੀ ਵਿਚਾਰੀ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਹੁਕਮ ਕੀਤੇ। ਪਹਿਲਾ, ਨਸ਼ਾ ਨਹੀਂ ਕਰਨਾ।
तमाकू नोशी उस वेले बड़ी सी। महाराज कहते जित पीता मत दूर होए बरल पवै विच आए। दूसरा हुक्म किया कुड़ी मार नूं मूँह नहीं लाउणा, सतगुरु जी ने दरबार च आउण नहीं दिता। तीसरा सतगुरु जी ने हुक्म किया कि बाणी बहुत पढ़नी है ते बाणी हथों लिखनी है। लिखो सिखो शब्द प्यारिओ, जन्म मरण की टेक तुहानूं जान के हैरानी होएगी। पुरातन ग्रंथ ये आखदे ने गुरु हरकृष्ण साहब महाराज जी ने 2 गुरु ग्रंथ साहब जी के स्वरूप अपने हथी लिखे ने। अज भी एक स्वरूप गुरु ग्रंथ साहब जी का कानगढ़ वाली बीड़, जिस बीड़ साहब के अगे गुरु हरकृष्ण साहब जी के निशान मिलते हैं, वो बीड़ साहब सिख इतिहास कहता कि वो बीड़ साहब गुरु हरकृष्ण साहब जी की लिखी। गुरु साहब बाणी नाल बड़ा प्यार करने वाले सन। सतगुरु जी सिखां नूं बाणी राही उपदेश देने वाले सन। रोगियां दा रोग दूर करने वाले। अज भी इस धरती ते रहिंदी धरती तक गुरु हरकृष्ण साहब महाराज इत्थे बरकतां वरता रहे ने, शब्द की कला वरत रही है। कोई इत्थे आए रोगी शरीरक भी दूर होएगा रोग, कोई आत्मक रोगी भी आए उहदे अंदर दा एक तिल प्यारा विसरै रोग वड्डा मन माहे। ये वड्डा रोग तृष्णा का भी गुरु हरकृष्ण साहब महाराज जी के दरबार विच आके कटिया जाएगा। हे प्राणनाथ गोबिंद है कृपा निधान जगत गुरु, हे संसार ताप हरणै करुणा मैं सब दुख हरो। हे शरण जोग दयाल है दीनानाथ मया करो। शरीर स्वस्थ खीण समय सिमरंत नानक, राम दामोदर माधवे नानक सतगुर मीत कर सच पावै दरगाह जाए। इत्थे शब्द की अज की विचारां की समाप्ति है। विचार करदियां बेअंत भुलां गलतियां सतगुरु गुरु ग्रंथ साहब महाराज आप संगत बख्शण योग हो। अति धन्नवादियां गुरु ग्रंथ साहब जी का, आप संगतां दा, सिंह साहब ज्ञानी रंजीत सिंह जी होरां दा बहुत प्यार बख्शदे ने। दिल्ली सिख गुरुद्वारा प्रबंधक कमेटी के सारे स्टाफ का, धर्म प्रचार कमेटी के प्रधान सरदार करम सर जी, सब का समूचे तौर पर धन्यवाद। फतेह बुलाओ जी। वाहिगुरू जी का खालसा वाहिगुरू जी की फतेह। राम कली मोहल्ला तीजा। आनंद एक ओंकार सतगुर प्रसाद। आनंद भया मेरी माए, सतगुरु मैं पाया। राग रतन परवार परियां